TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਰੋਜ਼ਾਨਾ ਇਸ ਪ੍ਰੋਗਰਾਮ ਦੇ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ, ਚੋਣਾਂ ਵਿੱਚ ਸੁਧਾਰਾਂ ਨੂੰ ਲੈ ਕੇ, ਚੋਣ ਲੜ ਰਹੇ ਉਮੀਦਵਾਰਾਂ ਨੂੰ ਲੈ ਕੇ, ਪੰਜਾਬ ਦੀ ਰਾਜਨੀਤੀ ਵਿੱਚ ਕੁਨਬਾ ਪ੍ਰਸਤੀ ਨੂੰ ਲੈ ਕੇ, ਪੰਜਾਬ ਦੀ ਰਾਜਨੀਤੀ ਵਿੱਚ ਮੁੱਦੇ ਹੋਣੇ ਚਾਹੀਦੇ ਨੇ ਜਾਂ ਚਿਹਰੇ ਹੋਣੇ ਚਾਹੀਦੇ ਨੇ, ਪੰਜਾਬ ਦਾ ਵੋਟਰ ਕਿਹੜੇ ਉਮੀਦਵਾਰ ਦੀ ਕਿਵੇਂ ਚੋਣ ਕਰੇ, ਇਸ ਤਰ੍ਹਾਂ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਜਾਣਕਾਰੀ ਤੁਹਾਡੇ ਲਈ ਪੇਸ਼ ਕੀਤੀ ਜਾਂਦੀ ਹੈ। ਤੇ ਅੱਜ ਜਿਸ ਮੁੱਦੇ ਨੂੰ ਆਧਾਰ ਬਣਾਉਣਾ ਹੈ, ਆਪਾਂ ਅਕਸਰ ਕਹਿੰਦੇ ਹਾਂ ਕਿ ਉਮੀਦਵਾਰ ਨੂੰ ਵੋਟ ਪਾਈਏ, ਕਿ ਕਿਸੇ ਉਹ ਪਾਰਟੀ ਦਾ ਹੋਵੇ ਜਾਂ ਫਿਰ ਉਹ ਆਜ਼ਾਦ ਹੋਵੇ। ਇਸ ਵਕਤ ਪੰਜਾਬ ਦਾ ਵੋਟਰ ਸ਼ਸ਼ੋਪੰਜ ਵਿੱਚ ਹੈ ਕਿ ਚੋਣ ਕਿਵੇਂ ਕੀਤੀ ਜਾਵੇ, ਕਿਹਦੀ ਚੋਣ ਕੀਤੀ ਜਾਵੇ। ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੇ ਨਾਲ ਦੂਸਰਾ ਪ੍ਰੋਗਰਾਮ ਆਪਣੇ ਚੋਣ ਦੰਗਲ ਦਾ, ਉਹਦੇ ਵਿੱਚ ਤਕਰੀਬਨ ਇਹਨਾਂ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਸੀ ਕਿ ਤੁਸੀਂ ਵੋਟ ਕਿਹਨੂੰ ਪਾਵੋ, ਕਿਉਂ ਪਾਵੋ। ਤੇ ਫਿਰ ਇੱਕ ਦਿਨ ਇੱਕ ਕਮੈਂਟ ਆਏ ਸੀ ਕਿ ਕੀ ਆਜ਼ਾਦ ਨੂੰ ਨਾ ਪਾ ਦਿੱਤੀ ਜਾਵੇ। ਸੋ ਉਸੇ ਦਿਨ ਤੋਂ ਸੋਚ ਵਿਚਾਰ ਕਰ ਰਿਹਾ ਸੀ ਕਿ ਆਜ਼ਾਦ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਦੇ ਰੰਗ ਦਿਖਾਉਂਦੇ ਆ। ਪ੍ਰੋਗਰਾਮ ਦੇ ਵਿੱਚ ਇਹ ਜਾਣਕਾਰੀ ਵੀ ਤੁਹਾਡੇ ਲਈ ਪੇਸ਼ ਕੀਤੀ ਜਾਵੇ। ਇੱਕ ਵਾਰ ਨਹੀਂ, ਬਹੁਤੀ ਵਾਰੀ ਦੇਖਣ ਦੇ ਵਿੱਚ ਇਹ ਆਇਆ ਕਿ ਆਜ਼ਾਦ ਉਮੀਦਵਾਰ ਚੋਣ ਕਈ ਵਾਰ ਜਿੱਤ ਜਾਂਦੇ ਆ। ਪਰ ਮੈਂ ਇਹ ਵੀ ਜ਼ਿਕਰ ਕਰੂੰ ਕਿ ਆਜ਼ਾਦੀ ਤੋਂ ਬਾਅਦ ਜਦੋਂ ਤੋਂ ਚੋਣਾਂ ਹੋਣ ਲੱਗੀਆਂ ਨੇ, ਪੰਜਾਬ 'ਚ ਕਿੰਨੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਪਰ ਆਪਾਂ ਗੱਲ ਕਰਦੇ ਹਾਂ ਕਿ ਜੇ ਆਜ਼ਾਦ ਉਮੀਦਵਾਰ, ਪਹਿਲੀ ਗੱਲ ਜਿੱਤਣਾ ਬੜਾ ਔਖਾ ਹੈ। ਜੇ ਜਿੱਤਦਾ ਤਾਂ ਕਿਤੇ ਨਾ ਕਿਤੇ ਉਹਦੀ ਝਾਕ ਰਹਿੰਦੀ ਹੈ ਤੇ ਮੁੱਲ ਪਵਾਉਂਦਾ ਰਿਹਾ, ਉਹ ਕਿਸੇ ਨਾ ਕਿਸੇ ਪਾਰਟੀ ਵਿੱਚ ਅੱਗੇ ਜਾ ਕੇ ਸ਼ਾਮਲ ਹੁੰਦਾ ਰਿਹਾ। ਮੋਟੇ ਤੌਰ ਤੇ ਜੇਕਰ ਪੰਜਾਬ ਦੀ ਰਾਜਨੀਤੀ ਤੇ ਨਜ਼ਰ ਮਾਰੀਏ ਤਾਂ ਆਜ਼ਾਦ ਉਮੀਦਵਾਰ ਇਹ ਨਹੀਂ ਕਿ ਭਵਿੱਖ ਦੇ ਵਿੱਚ ਰਾਜਨੀਤੀ ਦੇ ਵਿੱਚ ਉਹਨਾਂ ਦਾ ਕੋਈ ਵਜੂਦ ਨਹੀਂ। ਅਸਲ ਦੇ ਵਿੱਚ ਕਈ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਨੇ ਜਿੱਤ ਵੀ ਦਰਜ ਕੀਤੀ ਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ। ਉਹਨਾਂ ਨੇ ਪਹਿਲਾਂ ਚੋਣ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਸੀ, ਬਾਅਦ ਦੇ ਵਿੱਚ ਹੌਲੀ ਹੌਲੀ ਇੱਕ ਇੱਕ ਕਰਕੇ ਉਹ ਸਿਆਸਤ ਦੀਆਂ ਪੌੜੀਆਂ ਚੜ੍ਹਦੇ ਗਏ, ਮੁੱਖ ਮੰਤਰੀ ਦੀ ਕੁਰਸੀ ਤੱਕ ਜਾ ਪਹੁੰਚੇ। ਆਜ਼ਾਦੀ ਤੋਂ ਬਾਅਦ ਜੇਕਰ ਹੁਣ ਤੱਕ ਨਜ਼ਰ ਮਾਰਦੇ ਹਾਂ ਤਾਂ ਕੁੱਲ 81 ਆਜ਼ਾਦ ਉਮੀਦਵਾਰ ਜਿੱਤਣ ਦੇ ਵਿੱਚ ਕਾਮਯਾਬ ਰਹੇ। ਤੇ ਜੇ ਸਮੁੱਚੇ ਆਜ਼ਾਦ ਜੇਤੂਆਂ ਦੇ ਅੰਕੜੇ ਤੇ ਨਜ਼ਰ ਮਾਰੀਏ ਤਾਂ 1951 ਦੇ ਵਿੱਚ 9, 1957 ਦੇ ਵਿੱਚ 13, 1962 ਦੀਆਂ ਚੋਣਾਂ ਦੇ ਵਿੱਚ 18 ਆਜ਼ਾਦ ਉਮੀਦਵਾਰ ਜਿੱਤੇ। ਇਸੇ ਤਰ੍ਹਾਂ 1967 ਦੀਆਂ ਚੋਣਾਂ ਵਿੱਚ 9, 1969 ਦੀਆਂ ਚੋਣਾਂ ਦੇ ਵਿੱਚ 4, 1972 ਦੀਆਂ ਚੋਣਾਂ ਵਿੱਚ 3 ਤੇ 1977 ਦੀਆਂ ਚੋਣਾਂ ਵਿੱਚ 2, 1980 ਦੀਆਂ ਚੋਣਾਂ ਵਿੱਚ 2, 1985 ਦੀਆਂ ਚੋਣਾਂ ਵਿੱਚ 4, 1992 ਦੀਆਂ ਚੋਣਾਂ ਵਿੱਚ ਵੀ 4 ਅਤੇ 97 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ 6, 2002 ਦੀਆਂ ਚੋਣਾਂ ਵਿੱਚ 9, 2007 ਦੀਆਂ ਚੋਣਾਂ ਵਿੱਚ 5, 2012 ਦੀਆਂ ਚੋਣਾਂ ਦੇ ਵਿੱਚ 3 ਆਜ਼ਾਦ ਉਮੀਦਵਾਰ ਜਿੱਤ ਦਾ ਝੰਡਾ ਲਹਿਰਾਉਂਦੇ ਆ, ਪਰਚਮ ਲਹਿਰਾਉਣ ਵਿੱਚ ਕਾਮਯਾਬ ਰਹਿੰਦੇ ਆ। ਜਦੋਂ ਕਿ ਜਿਹੜੀ ਪਿਛਲੀ ਚੋਣ ਸੀ 2017 ਦੀ ਚੋਣ ਦੇ ਵਿੱਚ ਬਹੁਤ ਸਾਰੇ ਆਜ਼ਾਦ ਉਮੀਦਵਾਰ ਸੀ ਜਿਨ੍ਹਾਂ ਨੇ ਆਪਣੀ ਕਿਸਮਤ ਅਜ਼ਮਾਈ। ਪਰ 2017 ਦੀ ਪੰਜਾਬ ਦੀ ਸਿਆਸਤ ਕੁਝ ਵੱਖਰੇ ਤਰੀਕੇ ਨਾਲ ਸੀ, ਕਿਉਂਕਿ ਇੱਕ ਨਵੀਂ ਪਾਰਟੀ ਆਮ ਆਦਮੀ ਪਾਰਟੀ ਦਾ ਬਹੁਤ ਫਟਾਲਾ ਹੋ ਚੁੱਕਾ ਸੀ। ਆਜ਼ਾਦ ਉਮੀਦਵਾਰ ਕੋਈ ਵੀ ਚੋਣ ਜਿੱਤ ਨਹੀਂ ਸੀ ਸਕਿਆ। ਹੁਣ ਮੈਂ ਤੁਹਾਨੂੰ ਦੱਸਿਆ ਕਿ ਉਂਗਲਾਂ ਤੇ ਪੋਟਿਆਂ ਤੇ ਗਿਣੇ ਜਾਣ ਵਾਲੇ ਉਮੀਦਵਾਰ ਜਿੱਤਦੇ ਰਹੇ। ਕੁੱਲ ਮਿਲਾ ਕੇ ਇਹਨਾਂ ਦੀ ਗਿਣਤੀ 81 ਬਣਦੀ ਹੈ। ਇਹ ਵੀ ਸਮਾਂ ਰਿਹਾ ਕਿ ਜਦੋਂ ਮੁਕਾਬਲਾ ਕਿਸੇ ਪਾਰਟੀ ਦੇ ਉਮੀਦਵਾਰ ਦਾ ਆਜ਼ਾਦ ਉਮੀਦਵਾਰਾਂ ਨਾਲ ਨਹੀਂ ਰਿਹਾ। ਆਜ਼ਾਦ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਆਜ਼ਾਦ ਉਮੀਦਵਾਰ ਦੇ ਨਾਲ ਹੀ ਮੁਕਾਬਲਾ ਹੋਵੇ, ਪੇਚਾ ਹੋਵੇ। ਉਹਦੇ ਆਪਾਂ ਹਵਾਲੇ ਤੁਹਾਡੇ ਨਾਲ ਸਾਂਝੀ ਕਰਾਂਗੇ। 1985 ਦੇ ਵਿੱਚ ਹਲਕਾ ਬਲਾਚੌਰ ਤੋਂ 3 ਆਜ਼ਾਦ ਉਮੀਦਵਾਰਾਂ ਦੀ ਤਿਕੋਣੀ ਟੱਕਰ ਸੀ। ਉਹਦੇ 'ਚ ਕਾਂਗਰਸ ਵਾਲੇ, ਉਹਦੇ 'ਚ ਅਕਾਲੀ ਕਿਸੇ ਰੇਸ ਵਿੱਚ ਨਹੀਂ ਸੀ। ਤੇ ਤਿਕੋਣੀ ਟੱਕਰ 3 ਆਜ਼ਾਦ ਉਮੀਦਵਾਰਾਂ 'ਚ, ਤੇ ਆਜ਼ਾਦ ਉਮੀਦਵਾਰ ਰਾਮ ਕਿਸ਼ਨ ਵਿਰੋਧੀ
ਆਪਣੇ ਆਜ਼ਾਦ ਉਮੀਦਵਾਰ ਤੁਲसी राम ਨੂੰ ਹਰਾ ਕੇ ਵਿਧਾਇਕ ਬਣ ਗਏ ਸੀ। ਇਸੇ ਤਰ੍ਹਾਂ ਹਲਕਾ ਬਲਾਚੌਰ ਤੋਂ ਕਾਂਗਰਸੀ ਉਮੀਦਵਾਰ ਨੂੰ ਚੌਥੇ ਤੇ ਅਤੇ CPIM ਦੇ ਉਮੀਦਵਾਰ ਨੂੰ 5ਵੇਂ ਸਥਾਨ ਤੇ ਸਬਰ ਕਰਨਾ ਪਿਆ ਸੀ। ਭਾਵ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਸੀ ਆਜ਼ਾਦ ਉਮੀਦਵਾਰਾਂ ਨੇ। 1985 ਚ ਗੁਰੂ ਹਰਸਹਾਏ ਦੇ ਜੇਕਰ ਹਲਕੇ ਦਾ ਜ਼ਿਕਰ ਕਰੀਏ ਤਾਂ ਗੁਰੂ ਹਰਸਹਾਏ ਤੋਂ ਆਜ਼ਾਦ ਉਮੀਦਵਾਰ ਸਜਵਰ ਸਿੰਘ ਨੇ ਵਿਰੋਧੀ ਆਜ਼ਾਦ ਉਮੀਦਵਾਰ ਗੁਰੂ ਹਰੀਸ਼ ਸਿੰਘ ਨੂੰ ਹਰਾ ਦਿੱਤਾ ਸੀ। ਇਸੇ ਤਰ੍ਹਾਂ ਹਲਕਾ ਨਾਭਾ ਤੋਂ 1969 ਦੇ ਵਿੱਚ ਦੋ ਆਜ਼ਾਦ ਉਮੀਦਵਾਰਾਂ ਦੇ ਵਿਚਕਾਰ ਮੁਕਾਬਲਾ ਹੋਇਆ ਸੀ। ਨਾਭੇ ਤੋਂ ਨਰਿੰਦਰ ਸਿੰਘ ਵਿਰੋਧੀ ਆਜ਼ਾਦ ਉਮੀਦਵਾਰ ਗੁਰਦਰਸ਼ਨ ਸਿੰਘ ਨੂੰ ਹਰਾ ਕੇ ਕਾਮਯਾਬ ਹੋ ਗਏ ਸਨ। ਤੇ ਹੁਣ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਮੈਦਾਨ ਨਿਤ ਪ੍ਰਤੀ ਦਿਨ ਭਖਦਾ ਜਾ ਰਿਹਾ ਹੈ। ਜੇ ਮੈਂ ਜ਼ਿਕਰ ਕਰਾਂ ਕਿ ਕੀ ਆਜ਼ਾਦ ਉਮੀਦਵਾਰ ਇਸ ਵਕਤ ਜਿੱਤ ਦਾ ਝੰਡਾ ਲਹਿਰਾ ਸਕਦੇ ਹੈ, ਕੋਈ ਕਿਆਸ ਨਹੀਂ ਲੱਗ ਸਕਦਾ, ਕਿਉਂਕਿ ਇਹਦੀ ਚੋਣ ਪੰਜਾਬ ਦੇ ਵੋਟਰਾਂ ਨੇ ਕਰਨੀ ਹੈ। ਜੇ ਸੱਚਮੁੱਚ ਉਹ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹੋਣਗੇ, ਹੋ ਸਕਦਾ ਕਿ ਉਹ ਬੰਦਿਆਂ ਦੀ ਚੋਣ ਕਰਨ ਕਿ ਅਸੀਂ ਪਾਰਟੀ ਨੂੰ ਵੋਟ ਨਹੀਂ ਪਾਉਣੀ, ਅਸੀਂ ਵਿਅਕਤੀਆਂ ਨੂੰ ਵੋਟ ਪਾਉਣੀ ਹੈ। ਮੈਂ ਜ਼ਿਕਰ ਕਰ ਰਿਹਾ ਸੀ ਕਿ ਕਈ ਵਿਅਕਤੀਆਂ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਬਗੈਰ ਕਿਸੇ ਪਾਰਟੀ ਤੋਂ ਆਜ਼ਾਦਾਨਾ ਚੋਣ ਲੜ ਕੇ ਕੀਤੀ ਤੇ ਸ਼ੁਰੂ 'ਚ ਦੱਸਿਆ ਸੀ ਕਿ ਬਾਅਦ ਦੇ ਵਿੱਚ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਜਾਂ ਕੇਂਦਰੀ ਵਜ਼ੀਰਾਂ ਤੱਕ ਵੀ ਪਹੁੰਚੇ। ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ 1952 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਅਤੇ ਬੀਤੀਆਂ 15 ਅਸੈਂਬਲੀ ਚੋਣਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ 81 ਆਜ਼ਾਦ ਉਮੀਦਵਾਰ ਹੁਣ ਤੱਕ ਜਿੱਤੇ ਨੇ। ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ 41 ਆਜ਼ਾਦ ਉਮੀਦਵਾਰ ਹੁਣ ਤੱਕ ਜੇਤੂ ਰਹੇ ਨੇ। ਆ 2022 ਦੀਆਂ ਚੋਣਾਂ ਵਿੱਚ ਦੇਖਾਂਗੇ ਕਿ ਕੋਈ ਆਜ਼ਾਦ ਉਮੀਦਵਾਰ ਜਿੱਤਦਾ ਹੈ ਜਾਂ ਨਹੀਂ। ਜਿਨ੍ਹਾਂ ਦੇ ਵਿੱਚੋਂ 18 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਇਆ ਸੀ, ਜਦੋਂ ਕਿ ਇਹਨਾਂ ਦੇ ਵਿੱਚੋਂ 19 ਆਜ਼ਾਦ ਉਮੀਦਵਾਰਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਦਾ ਪਰਚਮ ਲਹਿਰਾਇਆ ਸੀ। ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ ਤਕਰੀਬਨ ਸਾਰੇ ਹੀ ਆਜ਼ਾਦ ਵਿਧਾਇਕ ਚੁਣੇ ਤਾਂ ਗਏ, ਕਿਸੇ ਪਾਰਟੀ ਨੂੰ ਲੋਕਾਂ ਨੇ ਵੋਟ ਨਹੀਂ ਪਾਈ, ਪਰ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਕਿਸੇ ਨੂੰ ਕਿਸੇ ਇਹ ਪਾਰਟੀ 'ਚ ਸ਼ਾਮਲ ਹੁੰਦੇ ਗਏ। ਹੁਣ ਗੱਲ ਕਰਦੇ ਹਾਂ ਆਜ਼ਾਦ ਉਮੀਦਵਾਰ ਜਿੱਤ ਕੇ ਬਾਅਦ ਦੇ ਵਿੱਚ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ, ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਵਾਲੇ ਕਿਹੜੇ-ਕਿਹੜੇ ਸੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਕੋਦਰ ਹਲਕੇ ਦੀ। ਨਕੋਦਰ ਹਲਕੇ ਤੋਂ 1967 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਕਾਂਗਰਸ ਦੇ ਉਮੀਦਵਾਰ ਉਮਰਾਓ ਸਿੰਘ ਨੂੰ ਹਰਾਇਆ ਅਤੇ 1969 ਦੇ ਵਿੱਚ ਉਹਨਾਂ ਨੇ ਫਿਰ ਆਪਣੀ ਕਿਸਮਤ ਅਜ਼ਮਾਈ ਅਤੇ ਫਿਰ ਉਹਨਾਂ ਨੇ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਬਾਅਦ ਦੇ ਵਿੱਚ ਉਹ ਡਿਪਟੀ CM ਵੀ ਬਣੇ, ਉਹ CM ਵੀ ਬਣੇ, ਉਹ ਲੋਕ ਸਭਾ ਦੇ ਸਪੀਕਰ ਵੀ ਰਹੇ, ਰਾਜਸਥਾਨ ਦੇ ਗਵਰਨਰ ਵੀ ਰਹੇ। ਭਾਵ ਵੱਡੇ ਵੱਡੇ ਅਹੁਦਿਆਂ ਤੱਕ ਦਰਬਾਰਾ ਸਿੰਘ ਪਹੁੰਚੇ। ਉਹਨਾਂ ਤੋਂ ਬਾਅਦ ਜ਼ਿਕਰ ਕਰਦਿਆਂ 1969 ਦੇ ਵਿੱਚ ਹਲਕਾ ਪੈਲ ਜਿਹੜਾ ਕਿ ਦੁਰਾਹੇ ਦੇ ਨਾਲ ਪੈਂਦਾ ਹੈ, ਹਲਕਾ ਪੈਲ ਤੋਂ ਆਜ਼ਾਦ ਉਮੀਦਵਾਰ ਵਜੋਂ ਬੇਅੰਤ ਸਿੰਘ ਜਿੱਤਦੇ ਹੈ। ਬੇਅੰਤ ਸਿੰਘ ਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਗਿਆਨ ਸਿੰਘ ਰਾੜੇਵਾਲਾ ਨੂੰ ਹਰਾਇਆ ਸੀ, ਜਿੱਤ ਪ੍ਰਾਪਤ ਕੀਤੀ ਸੀ ਅਤੇ ਬਾਅਦ ਦੇ ਵਿੱਚ ਬੇਅੰਤ ਸਿੰਘ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਇਸੇ ਤਰ੍ਹਾਂ ਅੰਮ੍ਰਿਤਸਰ ਪੱਛਮੀ ਤੋਂ ਆਜ਼ਾਦ ਉਮੀਦਵਾਰ OP ਸੋਨੀ ਨੇ 1997 ਦੇ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਹਰਾਇਆ ਸੀ। ਫਿਰ 2002 ਦੇ ਵਿੱਚ ਇੱਕ ਵਾਰ ਫਿਰ ਉਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾਈ ਅਤੇ ਚੋਣ ਮੈਦਾਨ ਵਿੱਚ ਨਿਤਰੇ ਤੇ ਚੋਣ ਮੈਦਾਨ ਦੇ ਵਿੱਚ ਉਹਨਾਂ ਨੇ CPI ਦੇ ਉਮੀਦਵਾਰ ਨੂੰ ਹਰਾ ਕੇ ਫਿਰ ਦੂਸਰੀ ਵਾਰ ਵੀ ਜਿੱਤ ਪ੍ਰਾਪਤ ਕੀਤੀ। ਪਰ ਬਾਅਦ ਵਿੱਚ 2 ਵਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤਣ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਤੇ ਚੰਨੀ ਸਰਕਾਰ ਦੇ ਵਿੱਚ ਉਹ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਵਿਰਾਜਮਾਨ ਸਨ। ਹੁਣ ਗੱਲ ਕਰਦੇ ਹਾਂ ਬੀਬੀ ਰਾਜਿੰਦਰ ਕੌਰ ਭੱਠਲ ਦੀ, ਜਿਹੜੇ ਪੰਜਾਬ 'ਚ 82 ਦਿਨ ਲਈ ਸਭ ਤੋਂ ਘੱਟ ਸਮੇਂ ਲਈ ਜੇਕਰ ਪੰਜਾਬ ਦੇ ਵਿੱਚ ਕੋਈ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹੈ ਤਾਂ ਬੀਬੀ ਰਾਜਿੰਦਰ ਕੌਰ ਭੱਠਲ ਨੇ। ਸਿਰਫ 82 ਦਿਨ ਦੇ ਵਾਸਤੇ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਦੇ ਆ, ਪਰ ਉਹਨਾਂ ਦਾ ਤਜਰਬਾ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਉਹਨਾਂ ਨਾਲੋਂ ਬਿਲਕੁਲ ਉਲਟ ਰਿਹਾ, ਕਿਉਂਕਿ ਰਾਜਿੰਦਰ ਕੌਰ ਭੱਠਲ ਨੇ 1972 ਦੇ ਵਿੱਚ ਹਲਕਾ ਧਨੌਲਾ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜੀ ਸੀ,
पर उदों वो आज़ाद उम्मीदवार सुखदेव सिंह कोलों हार गए सन। बाद विच बीबी राजिंदर कौर पट्ठल उप मुख मंत्री भी रहे है ਅਤੇ मुख मंत्री के अहुदे ते भी 82 दिन के वास्ते विराजमान रहे है। ये तो इलावा गल करते हैं संगत सिंह गिलजियां। संगत सिंह गिलजियां ने भी साल 2007 ਦੇ ਵਿੱਚ बतौर आज़ाद उम्मीदवार हलका टांडा तो चोण जित्ती सी। बाद ਦੇ ਵਿੱਚ ਉਹ कैबिनेट मंत्री बने हैं। इस तरह गुरप्रीत सिंह कांगड़ उन्होंने भी साल 2002 ਦੇ ਵਿੱਚ आज़ाद उम्मीदवार वजों चोण जित्ती सी ਤੇ बाद ਦੇ ਵਿੱਚ ਉਹ कैप्टन सरकार ਦੇ ਵਿੱਚ कैबिनेट मंत्री भी रहे हैं। हलका नवां शहर तो आज़ाद उम्मीदवार 1980 ਦੇ ਵਿੱਚ ਚੋਣ ਜਿੱਤਦੇ ਨੇ ਦਿਲਬਾਗ ਸਿੰਘ। ਦਿਲਬਾਗ ਸਿੰਘ ਵੀ ਬਾਅਦ ਦੇ ਵਿੱਚ ਕੈਬਨਿਟ ਮੰਤਰੀ ਬਣਦੇ ਆ। ਫਿਰ ਗੱਲ ਕਰਦੇ ਆ ਲੋਕ ਇਨਸਾਫ ਪਾਰਟੀ ਦੇ ਦੋ ਸਕੇ ਭਰਾਵਾਂ ਬੈਂਸ ਭਰਾਵਾਂ ਦੀ, ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ। ਬੈਂਸ ਭਰਾਵਾਂ ਨੇ ਵੀ ਸਾਲ 2012 ਵਿੱਚ ਆਜ਼ਾਦ ਉਮੀਦਵਾਰ ਵਜੋਂ ਜੇਤੂ ਸ਼ੁਰੂਆਤ ਕੀਤੀ। ਫਿਰ ਪਿਛਲੀ ਵਾਰੀ ਉਹਨਾਂ ਨੇ 2017 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰਕੇ फिर जित का परचम लहराया। तो पंजाब के मौजूदा मुख्य मंत्री चरणजीत सिंह चन्नी उन्होंने जिक्र भी करना बड़ा लाजमी है। चरणजीत सिंह चन्नी होरां ने साल 2007 ਦੇ ਵਿੱਚ ਚਮਕੌਰ ਸਾਹਿਬ ਤੋਂ अकाली उम्मीदवार ਨੂੰ हरा के आजाद विधायक के तौर पर चोण जित्ती। पर समय समय ते जिस तरह मैं जिक्र कर रहा सी कि आजाद चोण जितण वाले बाद दे विच किते ना किते किसी न किसी पार्टी च जांदे रहे हैं। इन्हां विच मदन लाल जलालपुर का नाम भी है, इकबाल सिंह झुंदा का नाम भी है, जीत महेंद्र सिंह सिद्धू का नाम भी है, सुरजीत सिंह धीमान का नाम भी है, सुच्चा सिंह छोटेपुर भी ने, हरमीत सिंह संधू, मनतार सिंह मलकीत कीतू, रमेश कुमार, करनैल सिंह डोड और तनवंत सिंह का नाम भी लिया जा सकता जिन्हों ने आज़ाद उम्मीदवार के तौर पर चोणां जित्तियां ने। पर जेकर हुण गौर नाल वाचदे हां, गौर नाल वेखदे हां कि आज़ाद उम्मीदवार क्यों चोण मैदान च नितरदे ने, तो फिर क्यों चोण जित भी जांदे ने, जां बाद विच फिर वो पलटी क्यों मार जांदे ने, ये तो सहजे अंदाजा लाया जा सकता है कि जिस तरह हुण सिफारशी टिकटां दित्तियां जा रहीआं ने जां अपणिआं नूं टिकटां दित्तियां जां दवाइयां जा रहीआं ने, जिहदे करके लंबे समय तक बहुत सारे लोग ने पार्टी के वलंटीयर के तौर पर काम करते रहते हैं। कोई रैलियां च बंदे इकट्ठे करता रहिंदा है, कोई कंधां ते पोस्टर लाउंदा रहिंदा है, कोई झंडियां जां झंडे लाउंदा रहिंदा है, कोई झंडियां जां झंडियां झंडे लिआउंदा ते वंडदा रहिंदा है। इत्थों तक कि गली मुहल्ले पार्टी पिछे लोकां नाल लड़दा रहिंदा, कई वारी गालो गाली हुंदा रहिंदा। जद फिर उन्हां योग व्यक्तियां नूं टिकटां नहीं दित्तियां जांदियां, टिकटां तो वांझे रह जांदे आ। कई बारी फिर वो चोण मैदान दे विच नितरदे ते अपने असर रसूख करके बीते कई वरियां दी पार्टी वास्ते कीती मेहनत के कारण जां लोकां दे करवाए कम्मां दे कारण लोग उन्हां नूं आज़ाद उम्मीदवार दे वास्ते भी चोण जिता दिंदे आ। पर आज़ाद उम्मीदवार दे वास्ते चोण जितना सुखाला हरगिज नहीं हुंदा। उहदा कारण है क्योंकि बहुत सारे लोग ने अखां बन के भावें उन्हां नूं खूह च सुੱਟ देवे उन्हां दी पार्टी, जे कोई अकाली है तो अकाली नूं वोट, कांग्रेसी है कांग्रेस नूं वोट, जे कोई कम्यूनिस्ट है तो कम्यूनिस्ट पार्टी नूं वोट, जे कोई बसपा तो बसपा नूं वोट, जे कोई आप वाला तो आप नूं वोट। पर जिहड़े ये व्यक्ति आज़ाद उम्मीदवार के तौर पर किस्मत आजमाउंदे ने ते चोण जितदे ने, उन्हां दे कीते किते काम बोलदे हुंदे आ, उन्हां दी दियानतदारी बोलदी हुंदी आ। पर हुण चोणां जितणीआं, चोणां दे विच ईवन खड़ना बड़ा मुश्किल हो गया है क्योंकि चोणां हदों वध महंगियां हो गई ने। आम व्यक्ति चोण प्रचार की हुंदा है, विधायक की हुंदा है, उहदे हक की हुंदे ने, लोकां नूं लुੱਟਦਾ किवें आ, लोकां नूं कुੱਟਦਾ किवें आ, तूं तड़ाक करके लोकां नूं बोलदा किवें आ, ये सुन सकदे आ जां महसूस कर सकदे आ। आम बंदा तां इस चोण प्रक्रिया दे विच सिर्फ वोट पा सकदा अपनी। कई लोग तो पिंड की पंचायत मैंबरी का खर्चा नहीं कर सकते, सरपंची का खर्चा नहीं चल सकते, फिर मैंबर लैजिसलेटिव असैंबली भाव MLA ਜਾਂ मैंबर पार्लीमेंट की चोण लड़ना तो एक सुपना होकर रह गया। सो जिथे आपां जिक्र करते हुंदे आ कि असीं वोट पर्ची की जां मशीन ते बटन दबण वेले किहड़ियां गल्लां दा ख्याल रखीए, उत्थे मैं खुद महसूस करदा कि चोण कमिशन नूं कुछ चोण सुधारां ते भी नज़र मारनी चाहिए। पहली गल, चोण मनोरथ पत्र
ਮੈਂਬਰ ਪਾਰਲੀਮੈਂਟ ਜਿੰਨੇ ਵੀ ਨੇ ਉਹਨਾਂ ਨੂੰ ਬੇਨਤੀ ਕਰੋ, ਜਿੰਨੇ ਐਮਐਲਏ ਨੇ ਉਹਨਾਂ ਨੂੰ ਬੇਨਤੀ ਕਰੋ ਕਿ ਇਹ ਇੱਕ ਕਾਨੂੰਨਨ ਡਾਕੂਮੈਂਟ ਬਣੇ, ਤਾਂ ਕਿ ਤੁਹਾਡੇ ਨਾਲ ਇਹ ਮੁਫਤੋਂ ਮੁਫਤੀ ਠੱਗੀਆਂ ਵਾਲੇ ਮਸਾਲੇ ਪੇਸ਼ ਕਰਕੇ ਤੁਹਾਡੀਆਂ ਵੋਟਾਂ ਲੈ ਕੇ 5 ਸਾਲ ਤੁਹਾਡੇ ਤੇ ਤੁਹਾਡੇ ਭਵਿੱਖ ਦੇ ਨਾਲ ਖਿਲਵਾੜ ਨਾ ਕਰ ਸਕਣ। ਹੁਣ ਆਜ਼ਾਦ ਉਮੀਦਵਾਰ ਦਾ ਖੜਨਾ ਮੈਂ ਤੁਹਾਨੂੰ ਦੱਸ ਦਿੱਤਾ ਕਿ ਯੋਗ ਵਿਅਕਤੀਆਂ ਦੀ ਟਿਕਟਾਂ ਦੀ ਵੰਡ ਵੇਲੇ ਧੱਕਾ ਹੋਣਾ, ਜਾਂ ਫਿਰ ਉਹਨਾਂ ਨੂੰ ਜਾਣਬੁੱਝ ਕੇ ਅੱਖੋਂ ਪਰੋਖੇ ਕਰਕੇ ਕਿਸੇ ਬਾਹਰਲੇ ਉਮੀਦਵਾਰ ਨੂੰ ਲਿਆ ਕੇ ਤੁਹਾਡੇ ਹਲਕੇ ਵਿੱਚ ਪੈਰਾਸ਼ੂਟ ਨਾਲ ਉਤਾਰ ਦੇਣਾ, ਜਾਂ ਫਿਰ ਕਿਸੇ ਤਕੜੇ ਵਿਅਕਤੀ ਨੂੰ ਕਿ ਇਹ ਆਪਣੀ ਸੀਟ ਵੀ ਲੜੂ, 5-4 ਸੀਟਾਂ ਹੋਰ ਲੜਾਉਣ ਦੀ ਹਿੰਮਤ ਵੀ ਰੱਖਦਾ ਹੈ, ਉਹਨਾਂ ਨੂੰ ਟਿਕਟ ਦੇ ਦੇਣਾ। ਇਹ ਸਾਰੀਆਂ ਗੱਲਾਂ, ਇਹ ਸਾਰੇ ਫੈਕਟਰ ਨੇ ਜਿਨ੍ਹਾਂ ਦੇ ਕਰਕੇ ਲੋਕ ਅੱਕ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦੇ ਆ। ਦੇਖਣਾ ਹੋਏਗਾ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕੀ ਕਿਸੇ ਆਜ਼ਾਦ ਉਮੀਦਵਾਰ ਨੂੰ ਜਿਤਾਉਂਦੇ ਆ, ਪਰ ਬਾਅਦ ਦੇ ਵਿੱਚ ਕਈ ਵਾਰੀ ਆਜ਼ਾਦ ਉਮੀਦਵਾਰ ਆਪਣੇ ਹਲਕੇ ਦੇ ਵੋਟਰ ਨਾਲ ਧੋਖਾ ਕਰਦਾ, ਠੱਗੀ ਕਰਦਾ, ਉਹਨੂੰ ਜਿਤਾਉਂਦੇ ਆ ਤੇ ਅਕਾਲੀ, ਕਾਂਗਰਸ, ਭਾਜਪਾ ਜਾਂ ਜਿਹੜੀ ਵੀ ਪਾਰਟੀ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਉਸ ਹਲਕੇ 'ਚ ਹਰਾਉਂਦੇ ਆ। ਬਾਅਦ ਦੇ ਵਿੱਚ ਉਹੀ ਬੰਦਾ ਉਸ ਪਾਰਟੀ ਦਾ ਕਮਲ ਦਾ ਫੁੱਲ, ਝੰਡਾ, ਤੱਕੜੀ, ਝਾੜੂ ਫੜ ਚੁੱਕਿਆ ਹੁੰਦਾ ਹੈ। ਸੋ ਇਹ ਕਿਤੇ ਨਾ ਕਿਤੇ ਪੰਜਾਬ ਦੇ ਉਹਨਾਂ ਵੋਟਰਾਂ ਨਾਲ, ਹਲਕੇ ਦੇ ਲੋਕਾਂ ਨਾਲ ਧੱਕਾ ਹੁੰਦਾ ਹੈ, ਵਿਸ਼ਵਾਸ ਘਾਤ ਹੁੰਦਾ ਹੈ। ਸੋ ਇਸ ਵਾਰ ਹੋ ਸਕਦਾ ਕਿ ਜੇਕਰ ਕੋਈ ਆਜ਼ਾਦ ਜਿੱਤਿਆ, ਜਿਸ ਤਰ੍ਹਾਂ ਦੀ ਅੱਜ ਸਥਿਤੀ ਆ, ਕੱਲ ਪਤਾ ਨਹੀਂ ਕੀ ਹੋ ਜਾਣਾ, ਤੇ ਆਜ਼ਾਦ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਆਪਣੀ ਚੰਗੀ ਚੋਖੀ ਕੀਮਤ ਲਵਾ ਸਕਦਾ ਹੈ। ਔਰ ਬੀਤੇ ਸਮੇਂ 'ਚ ਇਹ ਲੱਗਦੀਆਂ ਰਹੀਆਂ ਨੇ। ਇਸ ਕਰਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲੱਗਿਆ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਕਿ ਤੁਹਾਡੇ ਨਾਲ ਕੋਈ ਧੋਖਾ ਨਾ ਕਰ ਜੇ। ਦੂਸਰੀ ਗੱਲ, ਵੋਟ ਜ਼ਰੂਰ ਪਾਇਓ, ਵੋਟ ਵੀ ਤੁਹਾਡੀ, ਸੋਚ ਵੀ ਤੁਹਾਡੀ, ਤੇ ਉਮੀਦਵਾਰ ਵੀ ਆਪਣੀ ਮਰਜ਼ੀ ਦਾ ਚੁਣਿਓ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਚੋਣ ਦੰਗਲ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਜਾਣਕਾਰੀ ਭਰਪੂਰ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।